हाँ जी फ्रेंड्स, वेलकम टू नैशनल कोचिंग सेंटर मानसा। ਅੱਜ ਦੇ ਲੈਕਚਰ 'ਚ ਆਪਾਂ ਟੌਪਿਕ ਕਵਰ ਕਰਾਂਗੇ ਜੀ ਰੈਮੀਡੀਅਲ ਟੀਚਿੰਗ। ਹਾਂਜੀ, ਰੈਮੀਡੀਅਲ ਟੀਚਿੰਗ ਕੀ ਹੁੰਦੀ ਹੈ? ਨਿਦਾਨ ਜਾਂ ਫਿਰ ਸੁਧਾਰਾਤਮਕ ਅਧਿਆਪਨ, ਯਾਨੀ ਕਿ ਜਦੋਂ ਕਿਸੇ ਬੱਚੇ ਵਿੱਚ ਕੋਈ ਕਮਜ਼ੋਰੀ ਹੋਵੇ, ਬੱਚੇ ਵਿੱਚ ਕੋਈ ਲਿਮਿਟੇਸ਼ਨ ਹੋਵੇ, ਹਨਾ, ਉਸ ਲਿਮਿਟੇਸ਼ਨਸ ਨੂੰ ਜਦੋਂ ਅਸੀਂ ਦੂਰ ਕਰਨਾ, ਅਸੀਂ ਉਸਦਾ ਸੁਧਾਰ ਕਰਨਾ ਤਾਂ ਉਸ ਨੂੰ ਬੋਲਦੇ ਆ ਜੀ ਰੈਮੀਡੀਅਲ ਟੀਚਿੰਗ। ठीक है, the word remedial means to improve or remedy for something। remedial word ਦਾ ਹੀ ਮਤਲਬ ਹੈ ਕਿਸੇ ਚੀਜ਼ ਨੂੰ improve ਕਰਨਾ ਜਾਂ ਫਿਰ ਕਿਸੇ ਚੀਜ਼ ਦੀ ਕੀ ਕਰਨੀ, remedy ਕਰਨੀ। remedy ਦਾ ਮਤਲਬ ਹੁੰਦਾ ਜੀ ਜਦੋਂ ਅਸੀਂ ਕਿਸੇ ਚੀਜ਼ ਦਾ solution ਕੱਢ ਲੈਂਦੇ। It is a type of teaching in which common or specific weakness, ਕਹਿੰਦੇ ਇਹ ਅਜਿਹੀ ਟੀਚਿੰਗ ਹੈ ਜਿਸ ਵਿੱਚ ਜਿਹੜੀ ਕਾਮਨ ਹੁੰਦੀ ਹੈ ਜਾਂ ਫਿਰ ਸਪੈਸੀਫਿਕ ਕੀ ਹੁੰਦੀ ਹੈ ਜੀ, ਵੀਕਨੈਸ ਆਫ ਸਟੂਡੈਂਟਸ ਆਰ ਇੰਪਰੂਵਡ। ਕਾਮਨ ਵੀਕਨੈਸ ਕਿਹੜੀ ਹੁੰਦੀ ਹੈ? ਜਿਹੜੀ ਅਕਸਰ ਹਰ ਇੱਕ ਬੱਚੇ ਵਿੱਚ ਹੁੰਦੀ ਹੈ, ਅਸੀਂ ਉਹਦਾ ਸੁਧਾਰ ਕਰਨਾ ਤਾਂ ਕਿ ਬੱਚੇ ਅੱਗੇ ਵਾਲੇ ਲੈਵਲ ਤੱਕ ਪਹੁੰਚ ਸਕਣ। ਤੇ ਸਪੈਸੀਫਿਕ ਵੀਕਨੈਸ ਉਹ ਹੁੰਦੀ ਹੈ ਜਿਹੜੀ ਸਪੈਸ਼ਲ ਕਿਸੇ ਬੱਚੇ ਵਿੱਚ ਹੋਵੇ, ਹਨਾ। ਫॉर एग्जाम्पल क्लास में अगर 40 बच्चे है, अगर 2-3 बच्चे ਨੂੰ ਕੋਈ ਸਪੈਸੀਫਿਕ ਪ੍ਰੋਬਲਮ ਆ ਰਹੀ ਹੈ ਤਾਂ ਅਸੀਂ ਰੈਮੀਡੀਅਲ ਟੀਚਿੰਗ ਰਾਹੀਂ ਉਹਨਾਂ ਦੀ ਉਹ ਪ੍ਰੋਬਲਮ ਦਾ ਸੋਲੂਸ਼ਨ ਲੈ ਕੇ ਆਵਾਂਗੇ। ਸੋ ਹਰ ਬੱਚੇ ਦੀਆਂ ਕੁਝ ਨਾ ਕੁਝ ਕਮੀਆਂ ਰਹਿ ਜਾਂਦੀਆਂ ਹਨ, ਉਹਨਾਂ ਕਮੀਆਂ ਨੂੰ ਇਸ ਅਧਿਐਨ ਦੁਆਰਾ ਪੂਰਾ ਕੀਤਾ ਜਾ ਸਕਦਾ। ਬਿਲਕੁਲ ਕਹਿੰਦੇ ਅਕਸਰ ਜਦੋਂ ਹਨਾ ਸਕੂਲ ਵਿੱਚ ਟੀਚਿੰਗ ਲਰਨਿੰਗ ਪ੍ਰੋਸੈਸ ਹੁੰਦੀ ਹੈ ਤਾਂ ਹਰ ਇੱਕ ਬੱਚੇ ਦੇ ਕੁਝ ਨਾ ਕੁਝ ਕਮੀਆਂ ਰਹਿ ਜਾਂਦੀਆਂ, ਤਾਂ ਉਸ ਕਮੀਆਂ ਨੂੰ ਦੂਰ ਕਰਨਾ ਇੱਕ ਟੀਚਰ ਦਾ ਪੂਰਾ ਰਾਈਟ ਹੈ, ਹਨਾ। ਟੀਚਰ ਨੂੰ ਸੁਧਾਰਨਾ ਚਾਹੀਦਾ ਬੱਚੇ ਦੀ ਕਮੀਆਂ ਨੂੰ, ਤਾਂ ਉਸ ਕਮੀਆਂ ਨੂੰ ਸੁਧਾਰਨ ਵਾਸਤੇ ਹੀ ਸਾਡੇ ਕੋਲ ਕਨਸੈਪਟ ਆਇਆ ਜੀ ਰੈਮੀਡੀਅਲ ਟੀਚਿੰਗ ਦਾ। ਨੋਟ ਕਰੋ। ਹਾਂਜੀ, ਡਨ ਡਨ। ਚਲ ਹਾਂਜੀ, ਨੈਕਸਟ ਦੇਖਾਂਗੇ ਆਪਾਂ ਲਰਨਿੰਗ ਡਿਫਿਕਲਟੀਜ਼ ਇਨ ਚਿਲड्रन। ਬੱਚਿਆਂ ਅੰਦਰ ਕੀ ਡਿਫਿਕਲਟੀਜ਼ ਆਉਂਦੀਆਂ ਉਹਦੇ ਬਾਰੇ ਸਟੱਡੀ ਕਰਦੇ ਹਾਂ। ਸੋ ਫਸਟ ਇਜ਼ ਲੈਕ ਆਫ ਅਟੈਂਸ਼ਨ। ਕੀ ਹੈ ਜੀ? ਫਸਟ ਆਪਣੇ ਕੋਲ ਲੈਕ ਆਫ ਅਟੈਂਸ਼ਨ, ਹਨਾ। ਕਈ ਵਾਰ ਬੱਚੇ ਅਟੈਂਸ਼ਨ ਹੀ ਨਹੀਂ ਪੇ ਕਰਦੇ, ਹਨਾ। ਅਟੈਂਸ਼ਨ ਵਿੱਚ ਕਮੀ ਰਹਿ ਜਾਂਦੀ ਹੈ, ਕਈ ਵਾਰ ਬੱਚੇ ਦਾ ਫੋਕਸ ਹੀ ਨਹੀਂ ਹੁੰਦਾ। ਸੋ ਦੈਨ ਪੂਅਰ ਮੈਮਰੀ, ਕਈ ਵਾਰ ਯਾਦ ਕਰਨ ਦੀ ਜੋ ਸਮਰੱਥਾ ਹੁੰਦੀ ਉਹ ਪੂਅਰ ਹੁੰਦੀ ਹੈ। ਫॉर एग्जाम्पल अगर ਅੱਜ ਕੋਈ ਚੀਜ਼ ਕਰਵਾਈ, ਬੱਚੇ ਕੱਲ ਨੂੰ ਭੁੱਲ ਜਾਣਗੇ, ਐਦਾਂ ਨਹੀਂ ਪਤਾ, ਹਨਾ, ਘੰਟੇ ਬਾਅਦ ਭੁੱਲ ਜਾਣ ਉਸ ਚੀਜ਼ ਨੂੰ, ਰਿਮੈਂਬਰ ਨਹੀਂ ਕਰ ਪਾਉਂਦੇ। ਪੂਅਰ ਅੰਡਰਸਟੈਂਡਿੰਗ ਐਬਿਲਿਟੀ, ਠੀਕ ਹੈ, ਪੂਅਰ ਅੰਡਰਸਟੈਂਡਿੰਗ ਐਬਿਲਿਟੀ, ਕਈ ਵਾਰ ਉਹਨਾਂ ਨੂੰ ਸਮਝਣ ਵਿੱਚ ਵੀ ਕੀ ਆ ਜਾਂਦੀ ਹੈ ਜੀ, ਦਿੱਕਤ ਆ ਜਾਂਦੀ ਹੈ। ਬਿਲਕੁਲ। ਦੈਨ ਲੈਕ ਆਫ ਲਰਨਿੰਗ ਮੋਟੀਵੇਸ਼ਨ, ਕਈ ਵਾਰ ਬੱਚੇ ਅਜਿਹੀ এনवायरमेंट ਵਿੱਚ ਹੁੰਦੇ ਆ ਕਿ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ, ਉਹਨਾਂ ਨੂੰ ਪ੍ਰੋਪਰ ਮੋਟੀਵੇਸ਼ਨ ਨਹੀਂ ਮਿਲਦੀ ਜਿਹਦੇ ਰਾਹੀਂ ਉਹ ਅੱਗੇ ਵਧ ਸਕਣ। ਸੋ ਲੈਕ ਆਫ ਮੋਟੀਵੇਸ਼ਨ ਵੀ ਹੋ ਸਕਦਾ। ਨੋਟ ਕਰੋ। हाँ जी, डन। चलो देखो जी नेक्स्ट, लैक ऑफ सेल्फ कॉन्फिडेंस। कई बार बच्चे अंदर सेल्फ कॉन्फिडेंस, आत्मविश्वास ही नहीं होंदा।
ਲੋ ਸੈਲਫ ਐਕਸਪੈਕਟੇਸ਼ਨਸ, ਕਈ ਵਾਰ ਬੱਚਿਆਂ ਨੂੰ ਖੁਦ ਤੋਂ ਐਕਸਪੈਕਟੇਸ਼ਨ ਨਹੀਂ ਹੁੰਦੀ ਵੀ ਅਸੀਂ ਇਹ ਕੰਮ ਕਰ ਸਕਦੇ ਹਾਂ। ਕਈ ਵਾਰ ਆਪਾਂ ਨੂੰ ਇੱਦਾਂ ਫੀਲ ਹੁੰਦਾ ਹੈ ਵੀ ਅਗਰ ਇਹ ਕੰਮ ਇੱਥੋਂ ਗਲਤ ਹੋ ਗਿਆ, ਕੋਈ ਗਲਤੀ ਹੋ ਗਈ ਹੈ ਨਾ, ਤਾਂ ਆਪਾਂ ਪਹਿਲਾਂ ਹੀ ਰਿਸਕ ਲੈਣ ਤੋਂ ਡਰ ਜਾਂਦੇ ਹਾਂ ਥੋੜਾ ਜਿਹਾ। then it's weak in problem solving power, ਕਈ ਵਾਰ ਅਸੀਂ ਕੀ ਹੁੰਦਾ ਜੀ, ਕੋਈ ਵੀ ਪ੍ਰੋਬਲਮ ਸੋਲਵਿੰਗ ਚੀਜ਼ ਹੋਵੇ ਹੈ ਨਾ, ਕਿਸੇ ਵੀ ਚੀਜ਼ ਦਾ ਹੱਲ ਕੱਢਣਾ ਹੋਵੇ, ਉਹਦੇ ਵਿੱਚ ਅਸੀਂ ਵੀਕ ਪੈ ਜਾਂਦੇ ਹਾਂ, ਉਹਦੇ ਵਿੱਚ ਅਸੀਂ ਈਜ਼ੀਲੀ ਕੁਝ ਵੀ ਸੋਚ ਨਹੀਂ ਪਾਉਂਦੇ ਛੇਤੀ ਤੋਂ ਛੇਤੀ। ਫੇਲ ਟੂ ਗ੍ਰਾਸਪ ਇਨਫੋਰਮੇਸ਼ਨ, ਬਿਲਕੁਲ ਗ੍ਰਾਸਪ ਇਨਫੋਰਮੇਸ਼ਨ ਮਤਲਬ ਸਾਡਾ ਕੰਟਰੋਲ ਨਹੀਂ ਹੁੰਦਾ ਇਹਦੇ ਤੇ, ਅਸੀਂ ਛੇਤੀ ਛੇਤੀ ਕਿਸੇ ਵੀ ਚੀਜ਼ ਨੂੰ ਗ੍ਰਾਸਪ ਨਹੀਂ ਕਰ ਸਕਦੇ ਹੈ ਨਾ, ਕੈਚ ਨਹੀਂ ਕਰ ਸਕਦੇ। ਜਿਹੜੀ ਸਾਡੀ ਕੈਚਿੰਗ ਪਾਵਰ ਹੁੰਦੀ ਹੈ ਉਹ ਕੀ ਹੁੰਦੀ ਹੈ, ਇਹਦੇ ਵਿੱਚ ਸਲੋ ਹੁੰਦੀ ਹੈ। ठीक है, हैव डिफिकल्टी इन अंडरस्टैंडिंग ऑफ एब्सट्रैक्ट थिंग्स या फिर कंसेप्ट। एब्सट्रैक्ट चीज़ां किहड़ियां हुंदियां ने, जिहदे अंदर साडियां फीलिंग्स आ जांदियां ने, या फिर जिहड़ियां एक्टिविटीज़ किहड़ियां हुंदियां जी, थोड़ियां बहुत आपां कह सकदे हां ਜਿਹੜੇ ਸਾਡੇ ਇਮੋਸ਼ਨਸ ਨਾਲ ਜੁੜੀਆਂ ਹੁੰਦੀਆਂ ਨੇ, ਐਬਸਟਰੈਕਟ ਹੈ ਨਾ, ਭਾਵਨਾਤਮਕ, ਕਿ ਕੋਈ ਵੀ ਚੀਜ਼ ਉਹਨੂੰ ਐਬਸਟਰੈਕਟ ਥਿੰਕਿੰਗ ਨਹੀਂ ਕਰ ਪਾਉਂਦੇ, ਉਹਨਾਂ ਨੂੰ ਇੱਦਾਂ ਵੀ ਜੇ ਕੋਈ ਚੀਜ਼ ਰੀਅਲ ਲਾਈਫ 'ਚ ਪ੍ਰੈਜ਼ੈਂਟ ਹੈ, ਅਸਲ ਵਿੱਚ ਪ੍ਰੈਜ਼ੈਂਟ ਉਹਨਾਂ ਦੇ ਸਾਹਮਣੇ, ਤਾਂ ਉਸ ਬਾਰੇ ਸੋਚ ਸਕਣਗੇ, ਤਾਂ ਕੁਝ ਜਵਾਬ ਦੇਣਗੇ। ਬਟ ਐਬਸਟਰੈਕਟ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਮੈਜਿਨ ਕਰੋ, ਕੁਝ ਸੋਚੋ ਇੱਦਾਂ ਦਾ ਹੈ ਨਾ, ਦੱਸਾਂ ਉਸ ਚੀਜ਼ ਵਿੱਚ ਜਾਓ, ਪਾਸਟ ਵਿੱਚ ਜਾਓ, ਤਾਂ ਉਹ ਨਹੀਂ ਸੋਚ ਪਾਉਣਗੇ ਇਹਦੇ ਵਿੱਚ। ਨੀਡ ਮੋਰ ਟਾਈਮ ਟੂ ਕੰਪਲੀਟ ਅਸਾਈਨਮੈਂਟਸ ਔਰ ਐਨੀ ਟਾਸਕ, ਬਿਲਕੁਲ ਆਮ ਬੱਚੇ ਨਾਲੋਂ ਅਗਰ ਆਮ ਬੱਚਾ ਕਿਸੇ ਟਾਸਕ ਨੂੰ ਸਪੈਸੀਫਿਕ ਟਾਈਮ ਵਿੱਚ ਕਰਦਾ ਹੈ, ਤਾਂ ਜੋ ਇੱਕ ਬੱਚਾ ਜਿਹਨੂੰ ਰੈਮੀਡੀਅਲ ਟੀਚਿੰਗ ਦੀ ਜ਼ਰੂਰਤ ਹੈ, ਤਾਂ ਉਹ ਬੱਚਾ ਥੋੜਾ ਜਿਹਾ ਲੇਟ ਕਰੇਗਾ, ਟਾਸਕ ਨੂੰ ਆਮ ਟਾਈਮ ਵਿੱਚ ਨਹੀਂ ਕਰ ਪਾਏਗਾ ਕੰਪਲੀਟ। ਹਾਂਜੀ, ਨੋਟ ਕਰੋ। देन हाँ जी, हो गया। चलो नैक्सट आप देखेंगे जी, अपने को है टॉपिक ऑब्जेक्टिव्स ऑफ रेमेडियल टीचिंग। रेमेडियल टीचिंग दे अपने को ऑब्जेक्टिव्स की है, फाइंड आउट द लर्निंग गैप्स इन चिल्ड्रन एंड सॉल्व इट। ਕਹਿੰਦੇ ਆਪ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਵੀ ਟੀਚਰ ਕੀ ਹੈ ਰੈਮੀਡੀਅਲ ਟੀਚਿੰਗ ਦੇ। ਰੈਮੀਡੀਅਲ ਟੀਚਿੰਗ ਜੇ ਅਸੀਂ ਕਰਾਂਗੇ ਬੱਚੇ ਉੱਤੇ, ਤਾਂ ਅਸੀਂ ਕੀ ਉਦੇਸ਼ ਨਾਲ ਕਰ ਰਹੇ ਹਾਂ? ਸਭ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਅੰਦਰ ਲਰਨਿੰਗ ਗੈਪਸ ਹੈ, ਅਸੀਂ ਉਹਨੂੰ ਸੋਲਵ ਕਰ ਦਈਏ। ਕਿ ਅਗਰ ਫॉर एग्जांपल ਇਹ ਚਾਈਲਡ ਹੈ, ਇਹ ਲਰਨਿੰਗ ਹੈ ਨਾ, ਬੱਚੇ ਨੇ ਲਰਨਿੰਗ ਕਰਨੀ ਹੈ, ਤਾਂ ਚਾਈਲਡ ਤੇ ਲਰਨਿੰਗ ਵਿੱਚ ਇੱਕ ਗੈਪ ਪਿਆ ਹੋਇਆ ਹੈ ਕਿ ਬੱਚਾ ਛੇਤੀ ਸੇ ਛੇਤੀ ਕੋਈ ਵੀ ਚੀਜ਼ ਨੂੰ ਸਿੱਖ ਨਹੀਂ ਪਾ ਰਿਹਾ, ਉਹਨੂੰ ਦਿੱਕਤ ਆ ਰਹੀ ਹੈ, ਰੁਕਾਵਟ ਆ ਰਹੀ ਹੈ, ਵਿੱਚ ਫ੍ਰਿਕਸ਼ਨ ਲੱਗ ਰਿਹਾ। ਤਾਂ ਟੀਚਰ ਦਾ ਕੰਮ ਹੈ ਉਸ ਗੈਪ ਨੂੰ ਕੀ ਕਰਨਾ, ਰਿਡਿਊਸ ਕਰਨਾ। to provide learning support to increase performance, ਬਿਲਕੁਲ ਟੀਚਰ ਲਰਨਿੰਗ ਸਪੋਰਟ ਪ੍ਰੋਵਾਈਡ ਕਰੇਗਾ ਬੱਚੇ ਨੂੰ, ਤਾਂ ਕਿ ਜਿਹੜੀ ਉਹਦੀ ਪਰਫਾਰਮੈਂਸ ਆ ਉਹ ਕੀ ਹੋ ਜਾਏ ਜੀ, ਉਹਦੀ ਪਰਫਾਰਮੈਂਸ ਵਧੀਆ ਹੋ ਜਾਏ, ਹੋਰ ਇਨਹਾਂਸ ਹੋ ਜਾਏ ਉਹਦੀ ਪਰਫਾਰਮੈਂਸ। ठीक है, a teacher provide learning activities and practical experience। learning activities ਕਿਰਿਆਵਾਂ ਤਾਂ ਕਰਵਾਏਗਾ ਹੀ ਕਰਵਾਏਗਾ, ठीक है, ਕਿਰਿਆਵਾਂ ਤਾਂ ਕਰਵਾਏਗਾ ਹੀ ਕਰਵਾਏਗਾ, ਨਾਲ ਬੱਚੇ ਨੂੰ ਕੀ ਕਰਵਾਏਗਾ, ਪ੍ਰੈਕਟੀਕਲ ਵੀ ਕਰਵਾਏਗਾ। ਕੀ ਕਰਵਾਏਗਾ ਜੀ, ਨਾਲ ਬੱਚੇ ਨੂੰ ਪ੍ਰੈਕਟੀਕਲ ਕਰਵਾਏਗਾ, ਪ੍ਰੈਕਟੀਕਲ ਐਕਸਪੀਰੀਅੰਸ ਵੀ ਬੱਚੇ ਨੂੰ ਦੇਗਾ। ਠੀਕ ਹੈ, to the students according to their abilities। ਕਿਹਨੂੰ ਦੇਗਾ, ਬੱਚੇ ਨੂੰ ਦੇਗਾ according to their abilities, ਉਹਨਾਂ ਦੀ ਐਬਿਲਿਟੀਜ਼ ਦੇ ਅਕੋਰਡਿੰਗ ਦੇਗਾ, ਜਿਹੜੀਆਂ ਉਹਨਾਂ ਦੀ ਕੀ ਹੋਣਗੀਆਂ, ਜਿਹੜੀਆਂ ਬੱਚਿਆਂ ਦੀਆਂ ਯੋਗਤਾਵਾਂ ਹੋਣਗੀਆਂ ਤੇ ਬੱਚਿਆਂ ਦੀ ਰਿਕੁਆਇਰਮੈਂਟਸ ਹੋਣਗੇ, ਨੀਡਸ ਹੋਣਗੀਆਂ, ਉਹਨਾਂ ਅਕੋਰਡਿੰਗ ਹੀ ਕੀ ਕਰੇਗਾ ਉਹ ਟੀਚਰ ਕੰਮ ਕਰੇਗਾ। ਸੋ ਇਸ ਵਿੱਚ ਮੇਨ ਕੀ ਕਹਿ ਰਿਹਾ ਜੀ, ਇਸ ਵਿੱਚ ਮੇਨ ਆਪਾਂ ਨੂੰ ਕਹਿ ਰਿਹਾ ਅ ਟੀਚਰ ਪ੍ਰੋਵਾਈਡਸ ਲਰਨਿੰਗ ਐਕਟੀਵਿਟੀਜ਼, ਕਿ ਜਿਹੜਾ ਟੀਚਰ ਹੈ ਉਹ ਲਰਨਿੰਗ ਐਕਟੀਵਿਟੀਜ਼ ਪ੍ਰੋਵਾਈਡ ਕਰੇਗਾ ਐਂਡ ਪ੍ਰੈਕਟੀਕਲ ਐਕਸਪੀਰੀਅੰਸ, ਹੈ ਨਾ। ਐਕਟੀਵਿਟੀਜ਼ ਤਾਂ ਕਰਾਏਗਾ, ਕਿਰਿਆਵਾਂ ਕਰਾਏਗਾ, ਨਾਲ ਨਾਲ ਪ੍ਰੈਕਟੀਕਲ ਐਕਸਪੀਰੀਅੰਸ ਵੀ ਦੇਗਾ ਵੀ ਤੁਸੀਂ ਇਹਨੂੰ ਰੀਅਲ ਲਾਈਫ 'ਚ ਕਿਵੇਂ ਯੂਜ਼ ਕਰੋਗੇ, ਕਿਉਂਕਿ ਬੱਚਾ ਰੀਅਲ ਲਾਈਫ ਚੀਜ਼ ਨਾਲ ਜ਼ਿਆਦਾ ਬੈਟਰ ਸਿੱਖਦਾ ਹੈ।
ਟੂ ਦ ਸਟੂਡੈਂਟਸ ਅਕੋਰਡਿੰਗ ਟੂ देयर ਐਬਿਲਿਟੀਜ਼। ਹੁਣ ਜਿਹੜੇ ਬੱਚੇ ਦੀ ਜਿਹੜੀ ਯੋਗਤਾ ਹੋਏਗੀ, ਜਿਹੜੀ ਐਬਿਲਿਟੀ ਹੋਏਗੀ, ਉਸ ਅਕੋਰਡਿੰਗ ਹੀ ਕਰਾਏਗਾ ਐਂਡ ਰਿਕੁਆਇਰਮੈਂਟਸ, ਬਿਕੋਜ਼ ਆਪਾਂ ਨੂੰ ਪਤਾ ਹੈ ਹਰ ਇੱਕ ਬੱਚੇ ਦੀ ਅਲੱਗ-ਅਲੱਗ ਕੀ ਹੁੰਦੀ ਹੈ, ਨੀਡਸ ਹੁੰਦੀਆਂ। ਅਗਰ ਕਲਾਸ ਵਿੱਚ 40 ਬੱਚੇ ਹੈ ਤਾਂ ਜ਼ਰੂਰੀ ਨਹੀਂ ਕਿ 40 ਦੇ 40 ਬੱਚੇ ਹੀ ਸੇਮ ਮੈਥਡ ਨਾਲ ਹੈ ਨਾ ਪੜਨਗੇ ਜਾਂ ਫਿਰ ਉਹਨਾਂ ਵਿੱਚ ਸੇਮ ਐਬਿਲਿਟੀ ਹੋਏਗੀ। ਇਹ ਤਾਂ ਪੋਸੀਬਲ ਨਹੀਂ ਹੈਗਾ ਨਾ ਜੀ, ਹਰ ਇੱਕ ਬੱਚਾ ਡਿਫਰੈਂਟ ਹੁੰਦਾ, ਯੂਨੀਕ ਹੁੰਦਾ, ਤਾਂ ਹਰ ਇੱਕ ਬੱਚੇ 'ਚ ਜੋ ਕੁਆਲਿਟੀ ਹੁੰਦੀ ਹੈ ਨਾ ਚੀਜ਼ਾਂ ਨੂੰ ਗ੍ਰਾਸਪ ਕਰਨ ਦੀ, ਉਹ ਕੀ ਹੋਏਗੀ, ਵੱਖਰੀ ਵੱਖਰੀ ਹੋਏਗੀ, ਡਿਫਰੈਂਟ ਹੋਏਗੀ। ਨੋਟ ਕਰੋ ਜੀ ਇਹਨੂੰ। हाँ जी बच्चे, डन। हो गया जी, चलो। हाँ जी, आगे देखो, टीचर डिजाइन इंडिविजुअलाइज्ड एजुकेशनल प्रोग्राम्स। ਜਿਹੜਾ टीचर है वो बच्चे वास्ते इंडिविजुअलाइज्ड एजुकेशनल प्रोग्राम यानी कि IEP डिजाइन करेगा। ठीक है, इंडिविजुअलाइज ਦਾ मतलब व्यक्तिगत, क्योंकि ਆਪਾਂ ਨੂੰ पता हर एक बच्चा ਵੱਖਰਾ ਆ, है ना, ਤਾਂ ਉਹਦੇ ਵਾਸਤੇ जो एजुकेशन प्रोग्राम्स ਹੁੰਦੇ ਉਹ ਵੀ ਆਪਾਂ ਨੂੰ ਅਲੱਗ-ਅਲੱਗ ਜਨਰੇਟ ਕਰਨੇ ਪੈਣਗੇ ਵਿਦ ਇੰਟੈਂਸਿਵ ਰੈਮੀਡੀਅਲ ਸਪੋਰਟ ਟੂ ਹੈਲਪ ਦ ਸਟੂਡੈਂਟਸ। ਹਾਂਜੀ, ਕਿਹਦੇ ਨਾਲ ਕਰਾਂਗੇ ਇਹ ਇੰਟੈਂਸਿਵ ਰੈਮੀਡੀਅਲ ਸਪੋਰਟ, ਯਾਨੀ ਕਿ ਅਸੀਂ ਸੁਧਾਰਾਤਮਕ ਅਧਿਐਨ ਨਾਲ ਹੀ ਇਹ ਕੀ ਕਰ ਪਾਵਾਂਗੇ, ਪੋਸੀਬਲ ਹੋਏਗਾ। ਠੀਕ ਹੈ, टीचर शुड प्रोवाइड सिस्टमैटिकल ट्रेनिंग। टीचर ਨੂੰ ਜਿਹੜੀ ਟ੍ਰੇਨਿੰਗ ਹੈ ਇੱਕ ਸਿਸਟਮ ਵਿੱਚ ਪ੍ਰੋਵਾਈਡ ਕਰਨੀ ਚਾਹੀਦੀ ਹੈ, ਸਿਸਟਮੈਟਿਕਲੀ ਇੱਕ ਸੀਕੁਐਂਸ਼ੀਅਲ ਵਿੱਚ ਪ੍ਰੋਵਾਈਡ ਕਰਨੀ ਚਾਹੀਦੀ ਹੈ ਟੂ ਡਿਵੈਲਪ ਪੀਪਲਸ ਜੈਨਰਿਕ ਸਕਿੱਲਸ। ਬਿਲਕੁਲ, ਹੁਣ ਕੀ ਹੁੰਦਾ ਹੈ, ਫॉर एग्जांपल ਇੱਕ ਬੱਚੇ ਨੂੰ ਰੀਡਿੰਗ ਵਿੱਚ ਦਿੱਕਤ ਹੈ, ਠੀਕ ਹੈ, ਉਹਨੂੰ ਸਮਝ ਨਹੀਂ ਆ ਰਹੀ ਰੀਡਿੰਗ, ਤਾਂ ਆਬਵੀਅਸਲੀ ਟੀਚਰ ਨੂੰ ਇੱਕ ਸੀਕੁਐਂਸ਼ੀਅਲ ਆਰਡਰ ਵਿੱਚ सिस्टमैटिकल ऑर्डर विच जो रीडिंग है वो एक बेसिक तो स्टार्ट करनी चाहिए जी, मतलब एक बेसिक इकाई यानी कि आप कह सकते बेसिक यूनिट तो स्टार्ट करनी चाहिए। कि तो स्टार्ट करनी चाहिए बेसिक यूनिट तो। पहला आप अल्फाबैट रीड करा के देख सकते हैं, फिर आपको 2 लेटर वर्ड 3 लेटर वर्ड हौली हौली आप वर्ड्स से जावांगे जो थोड़े जे एडवांस्ड होंगे, दैन आप वोगैब है ना अपने को फ्रेजेस आ जाएंगे, सेंटेंसेस आ जाएंगे। इकोदम तो इदा पॉसिबल नहीं कि आप सीधा ही बच्चे को पैराग्राफ रीड करा देंगे, है ना, बिकॉज ऑब्वियसली बच्चा रीडिंग नहीं कर पा रहा, तो अपन पैराग्राफ तो नहीं स्टार्ट करावांगे, अपन बेसिक यूनिट तो स्टार्ट करावांगे। तभी क्या गया अपन कि टीचर शुड प्रोवाइड सिस्टमैटिकल ट्रेनिंग, कि जी ट्रेनिंग भी होनी चाहिए एक सिस्टम विच होनी चाहिए। इंटरपर्सनल रिलेशनशिप्स है ना, इंटरपर्सनल रिलेशनशिप्स की होंगे जो आपसी होंगे साडे ना, आपसी रिश्ते होंगे हैं, कम्युनिकेशन होगी जी, प्रॉब्लम सॉल्विंग होगी साडे कोल, सैल्फ मैनेजमेंट होगी, अपने आप को मैनेज किद्दां कर रहे हैं, सैल्फ लर्निंग होगी, खुद ब खुद आप लर्निंग कर रहे हैं, दैन क्रिएटिविटी होगी साडे कोल, यूज ऑफ की होगी इंफॉर्मेशन टेक्नोलॉजी जी जिन्हों असीं बोल देने हैं जी IT, की बोल देने जिन्हों असीं IT। सो बेसिकली इस पॉइंट्स विच आपां नूं सिर्फ एडी क गल दसी हुई है कि जिहड़ा टीचर है वो की करेगा, बच्चे वास्ते इंडिविजुअलाइज्ड एजुकेशनल प्रोग्राम लॉन्च करेगा, जिहदे तहत उन्हें की करना है, बच्चे नूं मोटिवेट करना है, या फिर जिहड़ी उहदी लर्निंग डिसेबिलिटीज है आपां उहनूं रेमेडियल टीचिंग राही की करांगे, रिमूव करांगे, दैट इज विद इंटेंसिव रेमेडियल सपोर्ट। उस बाद कहते टीचर शुड प्रोवाइड सिस्टमैटिकल ट्रेनिंग टू डेवलप पीपल्स जेनरिक स्किल। हाँ जी, जेनरिक जी आम तौर पर स्किल्स होंगे ने, जनरल स्किल्स होंगे ने, आम स्किल्स होंगे ने, बच्चे दी कॉमन स्किल्स होंगे ने, उन्होंने की करेगा टीचर डेवलप करेगा, किवें करेगा जी, सिस्टमैटिकल ट्रेनिंग राही करेगा एक सिक्वेंशियल विच। फिर उस बाद आपको दसी गई भी ये किहड़ियां चीज़ां इंक्लूड है, बच्चे दे जो आपसी रिश्ते होंगे है, कम्युनिकेशन की वार्तालाप किवें करेगा, बच्चा प्रॉब्लम सॉल्विंग विच जे उन्होंने दिक्कत आती है तो टीचर बच्चे को ट्रेन करेगा ये, दैन सैल्फ मैनेजमेंट विच अपने आप को मैनेज किद्दां करना है ना,
ਸੈਲਫ ਲਰਨਿੰਗ, ਖੁਦ ਬ ਖੁਦ ਆਪਾਂ ਲਰਨਿੰਗ ਕਿੱਦਾਂ ਜਨਰੇਟ ਕਰਨੀ ਹੈ, ਕ੍ਰੀਏਟਿਵਿਟੀ ਐਂਡ ਯੂਜ਼ ਆਫ ਇਨਫੋਰਮੇਸ਼ਨ ਟੈਕਨੋਲੋਜੀ ਵਿਚ ਇਜ਼ ਦ ਮੋਸਟ ਇੰਪੋਰਟੈਂਟ ਕੰਸੈਪਟ, ਕਿਉਂਕਿ ਇਹਦੇ ਤਹਿਤ ਹੀ ਜਿਹੜਾ ਬੱਚਾ ਹੈ ਉਹਨੂੰ ਲਰਨਿੰਗ ਵਿੱਚ ਕੀ ਹੋਊਗੀ, ਆਸਾਨੀ ਹੋਊਗੀ। ਨੋਟ ਕਰੋ ਇਹਨੂੰ। ਹਾਂਜੀ ਡਨ। ਹਾਂਜੀ ਬੱਚੇ ਹੋ ਗਿਆ ਜੀ। चल अगे देखो जी ऑब्जेक्टिव्स की है अपने को, टू डेवलप पॉजिटिव एटीट्यूड एंड वैल्यूज। बिल्कुल बच्चे अंदर एक पॉजिटिव एटीट्यूड, सकारात्मक जिहड़ी सोच हुंदियां ने, एट्रीब्यूट्स हुंदियां ने, वैल्यूज हुंदियां ने, उन्होंने की करांगे डेवलप करने की कोशिश करांगे, ताकि बच्चा नेगेटिव चीज वल ना जावे भी मैं कर नहीं सकता, भी आपां उन्हें मोटिवेट करांगे ज़्यादा तो ज़्यादा। ठीक है, टू प्रिपेयर द चिल्ड्रन फॉर फ्यूचर स्टडीज एंड करियर। बिल्कुल बच्चे की एक बेसिक नींव बना देंगे, है ना। फॉर एग्जाम्पल अगर बच्चे की आप स्कूल में जाने हैं, है ना, अगर स्कूल में स्कूली जो अकैडमिक्स होंगे, अपने स्कूल वाली एजुकेशन होंगी, अगर उनके अपनी नींव इन्नी को अच्छी बनाई है, तो जो अपना करियर अगे आप जो भी परस्यू करांगे तो अपना स्ट्रॉन्ग रहेगा, है ना। अगर जिहदी बच्चे की बेसिक नींव ही नहीं अच्छी बनाई गई, है ना, मतलब उन्हें दिक्कत आ रही है, बेसिक्स ही नहीं होते क्लियर, तो अगे जाके एडवांस स्टडी किद्दां करेगा। सो दैट्स वाई दे आर सेइंग दैट प्रिपेयर चिल्ड्रन फॉर फ्यूचर स्टडी की, जी उन्हें अगे की स्टडी करनी है, तो बच्चे ने जो करियर की करना जी परस्यू कर। नोट करो। हाँ जी डन स्टूडेंट्स, चलो जी। हाँ जी नैक्सट साडे कोल आ गया जी प्रिंसिपल्स ऑफ हैल्पिंग पीपल्स विद लर्निंग डिफिकल्टीज। जेडे बच्चों को लर्निंग डिफिकल्टीज है उन्होंने बच्चों उत्ते सी किहड़े सिद्धांतां दी यूज करांगे। पहला आ गया जी टीचर प्रिपरेशन, कि टीचर ने की प्रिपेयर किया स्टडी मटीरियल। ठीक है, सो बच्चे दियां वखरियां वखरियां कमियां दी पहचान करके उन्हां विच सुधार करन लई मैथड यूज करेगा। सो टीचर की यूज करेगा, टीचर एक इवैल्यूएशन कर लेगा भी हर एक बच्चे नूं देख लेगा भी हर एक बच्चे विच किहड़ी-किहड़ी कमी है, ਜਿਹੜੀਆਂ ਜਿਹੜੀਆਂ ਬੱਚਿਆਂ 'ਚ ਕਮੀਆਂ ਹੋਣਗੀਆਂ ਤਾਂ ਉਹਨਾਂ ਅਕੋਰਡਿੰਗ ਹੀ ਟੀਚਰ ਕੀ ਲਾਏਗਾ, ਵੱਖਰੇ ਵੱਖਰੇ ਮੈਥਡਸ ਨੂੰ ਅਪਣਾਏਗਾ, ਯੂਜ਼ ਕਰੇਗਾ। ਇਸ ਲਈ ਅਧਿਆਪਕ ਲੈਸਨ ਪਲਾਨ ਵੀ ਤਿਆਰ ਕਰੇਗਾ। ਆਪਾਂ ਨੂੰ ਪਤਾ ਹੈ ਜੋ ਲੈਸਨ ਪਲਾਨ ਹੈ ਮਸਟ ਹੈ, ਆਪਾਂ ਅੱਗੇ ਟੌਪਿਕ ਕਰਾਂਗੇ। ਲੈਸਨ ਪਲਾਨ ਰਾਹੀਂ ਟੀਚਰ ਕੀ ਕਰ ਸਕਦਾ, ਇੱਕ ਪਲੈਨਿੰਗ ਕਰ ਲੇਗਾ ਆਪਣੀ यूनिट्स दी, है ना, मटीरियल दी, जो टीचिंग एड्स होंगे, बच्चे की पीके टेस्टिंग हो जाएगी, प्रीवियस नॉलेज चेक हो जाएगी कि बच्चे को पहला कितना कुछ ज्ञान है उस विषय बारे, है ना। then new and different learning activities, अलग या फिर नवे तरीके। बिल्कुल सो टीचर की करेगा, टीचर न्यू एक्टिविटीज डिजाइन करेगा बच्चे वास्ते, जो कि थोड़े बहुत डिफरेंट भी होंगे हर एक बच्चे वास्ते, जिहदे राही की होंगे जिहड़ी उहदी लर्निंग होगी वो बेटर हो जाएगी, क्योंकि जिहड़ियां ये एक्टिविटीज वो किहदे नाल रिलेटेड होणगियां जी, लर्निंग नाल ही रिलेटेड होणगियां। टीचिंग अप्रोचेस, ये किहड़ियां आ गई अपने कोल, काम करन दा नजरिया होना चाहिए, बिल्कुल, है ना।
जो टीचर है अगर उसको काम करन दा नजरिया ही नहीं हैगा, अगर वो जो अपना काम है बच्चे दी कमियां अगर उन्हें सुधारने, अगर उस वाल देख ही नहीं रहा है ना, अगर उसने कोई लेना देना ही नहीं है भी हाँ मतलब मैं तो चलो सारे बच्चे बैठे हैं जो कमियां इदा ही दूर हो जाएंगे, अगर टीचर बच्चे ਨੂੰ इंडिविजुअलाइज्ड ही नहीं कर रहे, इंडिविजुअलाइज देख ही नहीं रहे कि ਕਿਹੜੇ ਬੱਚੇ ਵਿੱਚ ਕਿਹੜੀ ਕਮੀ ਆ, ਆਪੇ ਦਾ ਸੁਧਾਰ ਕਰਨਾ ਆ, ਹਨਾ, ਉਸਦਾ ਉਹ ਨਜ਼ਰੀਆ ਹੀ ਨਹੀਂ ਹੈਗਾ, ਪੁਆਇੰਟ ਆਫ व्यू ही नहीं हैगा उसका, ठीक है, तो फिर पॉसिबल नहीं हो पाना। अप्रोच प्रदर्शनिक होनी चाहिए, बिल्कुल जी अप्रोच है की होगी थोड़ी जी अट्रैक्टिव होगी, हाँ जी अप्रोच की होगी थोड़ी जी अट्रैक्टिव होगी, प्रदर्शनिक होगी, यानी कि देखने लायक होगी, बिकॉज है ना अगर टीचर ने बच्चे ਨੂੰ ਰੈਮੀਡੀਅਲ ਟੀਚਿੰਗ ਕਰਵਾਉਣੀਆਂ ਨੇ, ਹਨਾ, ਉਹਦੀ ਕਮੀਆਂ ਦੂਰ ਕਰਨੀਆਂ ਨੇ, ਤਾਂ ਜੋ ਵੀ ਉਹ ਟੀਚਿੰਗ ਏਡ ਦੀ ਯੂਜ਼ ਕਰੂਗਾ ਐਦਾਂ ਨਹੀਂ ਹੋਊਗਾ ਵੀ ਟੀਚਰ ਬੋਲ ਕੇ ਹੀ ਦੱਸ ਦੂਗਾ, ਥੋੜਾ ਬਹੁਤ ਅਟਰੈਕਟਿਵ ਹੋਗਾ, ਬਿਕੋਜ਼ ਇੱਕ ਅਜਿਹਾ ਬੱਚਾ ਜਿਹਨੂੰ ਪੜ੍ਹਨ ਵਿੱਚ ਦਿੱਕਤ ਆ ਰਹੀ ਹੈ, है ना, जिन्होंने थोड़ी बहुत लिमिटेशंस है स्टडी विच, है ना, ਉਹਦੀ स्टडी विच थोड़े बहुत ਆਪਾਂ ਸੁਧਾਰ ਕਰਨ ਵਾਲੇ ਆ, ਤਾਂ ਉਹ ਬੱਚਾ ਜ਼ਿਆਦਾਤਰ ਅਟਰੈਕਸ਼ਨ ਨਾਲ ਜ਼ਿਆਦਾ ਪੜੂਗਾ, ਅਟਰੈਕਟਿਵ ਚੀਜ਼ਾਂ ਨਾਲ ਪੜੂਗਾ, ਜਿਹੜਾ ਉਹਦਾ ਜੋ ਹੈ ਨਾ ਆਪਾਂ ਕਹਿ ਸਕਦੇ ਉਹਦੇ ਥਾਟਸ ਉਹਨੂੰ ਇੱਕਦਮ ਖਿੱਚ ਲੇ, ਹੈ ਨਾ, ਉਹਦੇ ਨਾਲ ਜ਼ਿਆਦਾ ਵਧੀਆ ਤਰੀਕੇ ਨਾਲ ਪੜੂਗਾ, ਤਾਂ ਟੀਚਰ ਨੂੰ ਮੈਥਡਸ ਯੂਜ਼ ਕਰਨੇ ਪੈਣਗੇ। ਐਗਜ਼ਾਮਪਲ ਕੀ ਆ ਗਏ ਇਹਦੇ ਵਿੱਚ ਜੀ, ਚਾਰਟਸ ਆ ਗਏ, ਮਾਡਲਸ ਆ ਗਏ, ਮੈਥਸ ਆ ਗਏ, ਫਲੈਸ਼ ਕਾਰਡਸ ਆ ਗਏ ਆਪਣੇ ਕੋਲ, ਕੀ ਆ ਗਿਆ ਆਪਣੇ ਕੋਲ, ਫਲੈਸ਼ ਕਾਰਡਸ ਆ ਗਏ, बेटर एक्सप्लेन कर देगा, नोट कर रहे हैं। हाँ जी डन, चलो नेक्स्ट देखेंगे। हाँ जी प्रिंसिपल देखो, चलो अगे, प्रोवाइड क्लीयर इंस्ट्रक्शंस, ਜਿਹੜੀਆਂ ਇੰਸਟਰਕਸ਼ਨਸ ਹੋਣੀਆਂ ਚਾਹੀਦੀਆਂ ਨੇ ਨਾ, ਜਿਸ ਵਿੱਚ ਟੀਚਰ ਬੱਚੇ ਨੂੰ ਇੰਸਟਰਕਸ਼ਨਸ ਪ੍ਰੋਵਾਈਡ ਕਰਦਾ ਆ, ਉਹ ਬਿਲਕੁਲ ਸਪਸ਼ਟ ਹੋਣੀਆਂ ਚਾਹੀਦੀਆਂ, ਕਲੀਅਰ, ਕਨਫਿਊਜ਼ਿੰਗ ਵਾਲੀਆਂ ਨਹੀਂ ਹੋਣੀ ਚਾਹੀਦੀਆਂ ਕਿ ਟੀਚਰ ਬੱਚੇ ਨੂੰ ਉਲਝਾ ਦੇ ਵੀ ਪਹਿਲਾਂ ਤੂੰ ਇੱਦਾਂ ਕਰ ਲੈ, ਕੋਈ ਨਾ ਚਲੋ ਪਹਿਲਾਂ ਆਪਾਂ ਫਿਰ ਬਾਅਦ ਚੋਂ ਇੱਦਾਂ ਕਰ ਲਾਂਗੇ, ਹੈ ਨਾ, ਬਿਲਕੁਲ ਕਲੀਅਰ ਹੋਣੀਆਂ ਚਾਹੀਦੀਆਂ ਨੇ, ਬਿਕੋਜ਼ ਜਿਹੜੀ ਚੀਜ਼ ਬੱਚੇ ਨੂੰ ਆਉਂਦੀ ਆ ਉਹ ਆਉਂਦੀ ਹੈ, ਉਹ ਤਾਂ ਆਪਾਂ ਨੂੰ ਛੇੜਨ ਦੀ ਜ਼ਰੂਰਤ ਹੀ ਨਹੀਂ, ਜਿਹੜੀ ਚੀਜ਼ ਉਹਨੂੰ ਨਹੀਂ ਆਉਂਦੀ ਸਾਨੂੰ ਕੰਮ ਉਹ 'ਤੇ ਕਰਨਾ ਚਾਹੀਦਾ, ਬਿਕੋਜ਼ ਅਸੀਂ ਬੱਚੇ ਦੀ ਉਹ ਵਾਲੀ ਚੀਜ਼ ਇੰਪਰੂਵ ਕਰਨੀ ਹੈ ਨਾ। ਸੋ ਬੱਚੇ ਕਈ ਵਾਰ ਲਿਖਤੀ ਭਾਸ਼ਾ ਨਹੀਂ ਸਮਝਦੇ, ਟੀਚਰ ਸ਼ੁੱਡ ਪ੍ਰੋਵਾਈਡ clear and short information to avoid confusion, ज़्यादा लंबे लंबे लेक्चर नहीं देने टीचर ने, बिल्कुल शॉर्ट कन्वर्सेशन करनी है बच्चे नाल, जी तो बच्चे नूं समझ भी आ जाए तो क्लीयर भी हो जाए। समराइज्ड मेन पॉइंट्स, जेडे मेन पॉइंट्स है उन्होंने समराइज करा देगा, एक बार रिवीजन करा देगा उन्होंने, उस बाद हाईलाइट और अंडरलाइन करना, है ना, उस बाद उन्होंने की करेगा, हाईलाइट करेगा या फिर अंडरलाइन करेगा, ताकि जेडे मेजर पॉइंट्स है, मेन पॉइंट्स है बच्चा भूल लेना, बच्चा बेटर समझ सके। हाँ जी नोट करो इन्हू। हाँ जी डन, चलो नेक्स्ट, principles of helping peoples
विद लर्निंग डिफिकल्टी सेम ही अपने को अगे प्रिंसिपल देखेंगे जी। इनहांस मोटिवेशन बच्चे अंदर की वधाएगा जी, मोटिवेशन वधाएगा। फॉर एग्जाम्पल अगर बच्चे ਨੂੰ डिफिकल्टी है किसी चीज़ ਵਿੱਚ ਤਾਂ अगर उन्हें कोई गलती भी करती, अगर उन्हें कोई मिसटेक भी करती तो टीचर बच्चे ਨੂੰ ਡੀਮੋਟੀਵੇਟ नहीं करेगा भी तू कदे कर ही नहीं सकता, मोटिवेट करेगा ताकि बच्चा होर बेटर तरीके नाल कर सके। बिकॉज टीचर ऑलरेडी टीचर ਨੂੰ पता है कि हाँ ਅਸੀਂ ਸਾਨੂੰ ਸੁਧਾਰ ਦੀ ਜ਼ਰੂਰਤ ਹੈ ਬੱਚੇ ਵਿੱਚ, ਹੈ ਨਾ। ऑलरेडी ਆਪਾਂ ਜਦੋਂ ਰੈਮੀਡੀਅਲ ਟੀਚਿੰਗ ਦਾ ਯੂਜ਼ ਕਰ ਹੀ ਰਹੇ ਹਾਂ। ਇਨਹਾਂਸ ਇੰਟਰਸਟ, ਉਹਦਾ ਇੰਟਰਸਟ ਵਧਾਏਗਾ। then methods according to the needs and abilities of child, यानी कि child centered approach होएगी। केड़ी अप्रोच होएगी जी? चाइल्ड सेंटर्ड अप्रोच होएगी, जो कि बच्चे ਨੂੰ ध्यान ਵਿੱਚ ਰੱਖ ਕੇ ਹੋਏਗੀ, है ना। ਹੁਣ ਆਪਾਂ ਦੇਖਦੇ ਹਾਂ ਕਲਾਸ ਵਿੱਚ ਅਗਰ 40 ਬੱਚੇ ਹੈ ਤਾਂ ਹਰ ਇੱਕ ਬੱਚਾ ਸੇਮ ਤਰੀਕੇ ਨਾਲ ਨਹੀਂ ਪੜ੍ਹੇਗਾ। ਹਰ ਇੱਕ ਬੱਚੇ ਦੀ ਜੋ ਸਿੱਖਣ ਯੋਗ ਆਪਾਂ ਕਹਿ ਸਕਦੇ ਹਾਂ ਅਬਿਲਿਟੀ ਹੁੰਦੀ ਉਹ ਅਲੱਗ ਹੋਏਗੀ, ਹੈ ਨਾ। ਹਰ ਇੱਕ ਬੱਚੇ ਵਿੱਚ ਅਲੱਗ ਕੈਪੇਬਿਲਿਟੀਜ਼ ਹੋਣਗੀਆਂ। ਕੋਈ ਬੱਚਾ ਛੇਤੀ ਕੈਚ ਕਰ ਲੇਗਾ, ਕੈਚਿੰਗ ਪਾਵਰ ਕਿਸੇ ਦੀ ਜ਼ਿਆਦਾ ਹੋਏਗੀ, ਕਿਸੇ ਦੀ ਘੱਟ ਹੋਏਗੀ। तो उस अकॉर्डिंग कह रहे हैं कि मैथड अकॉर्डिंग टू दी नीड्स एंड एबिलिटीज ऑफ चाइल्ड, कि जेड़े बच्चे दी नीड होगी उस अकॉर्डिंग ही टीचर वो वाला मैथड यूज करे। नोट करो। हाँ जी डन। देखो नेक्स्ट, हाँ जी नेक्स्ट अपने को आ गया लास्ट टॉपिक, स्ट्रैटेजीज ऑफ रेमेडियल टीचिंग। जी रेमेडियल टीचिंग है उनकी स्ट्रैटेजीज की होणगियां अगर आप बच्चे उत्ते रेमेडियल टीचिंग अप्लाई करनी है तो आप किस किस तरीके नाल करांगे। सो फर्स्ट इज IEP, जो कि आप पहला डिस्कस कर चुके हैं, विच इज इंडिविजुअलाइज्ड एजुकेशनल प्रोग्राम, है ना। हर एक बच्चे वास्ते जेडे एजुकेशनल प्रोग्राम होंगे आप इंडिविजुअलाइज्ड ही यूज करांगे, यानी कि व्यक्तिगत तौर पर यूज करांगे, बिकॉज हर एक बच्चा यूनिक है। पीयर सपोर्ट प्रोग्राम, पीयर की होंगे है जी? सेम एज वाले बच्चे, जेडे सेम एज वाले बच्चे अपने पीयर हो जाते हैं ना, तो पीयर सपोर्ट प्रोग्राम की पीयर ही सपोर्ट करेंगे एक दूजे को, यानी कि लिटल टीचर्स नेम्ड टू इंटैलीजेंट स्टूडेंट्स। जेडे भी क्लास विच इंटैलीजेंट स्टूडेंट्स होंगे, है ना, जेडे क्लास विच इंटैलीजेंट स्टूडेंट्स होंगे आपां उन्हां नूं की कहन लग जांगे जी? ਆਪਾਂ ਉਹਨਾਂ ਨੂੰ ਕਹਿਣ ਲੱਗ ਜਾਾਂਗੇ ਲਿਟਲ ਟੀਚਰਸ। ਕੀ ਕਹਿਣ ਲੱਗ ਜਾਾਂਗੇ ਜੀ ਆਪਾਂ ਉਹਨਾਂ ਨੂੰ? ਲਿਟਲ ਟੀਚਰਸ, ਬਿਕੋਜ਼ ਉਹੀ ਉਹਨਾਂ ਬੱਚਿਆਂ ਦੀ ਹੈਲਪ ਕਰਨਗੇ ਜਿਨ੍ਹਾਂ ਬੱਚਿਆਂ ਨੂੰ ਦਿੱਕਤ ਹੈ ਪੜ੍ਹਨ ਵਿੱਚ, ਠੀਕ ਹੈ। ਮੋਟੀਵੇਟਿੰਗ ਟੂ ਪੀਅਰਸ ਇਨ ਅ ਗਰੁੱਪ ਟੂ ਹੈਲਪ ਇਨ ਫਾਈਂਡਿੰਗ ਲਰਨਿੰਗ ਡਿਫਿਕਲਟੀਜ਼। ਬਿਲਕੁਲ ਇੱਕ ਦੂਜੇ ਨੂੰ ਪੀਅਰਸ ਨੂੰ ਗਰੁੱਪ ਵਿੱਚ ਕੀ ਕਰਨਗੇ? ਉਹ ਮੋਟੀਵੇਟ ਕਰਨਗੇ। ਕਾਦੇ ਵਾਸਤੇ ਕਰਨਗੇ? ਟੂ ਹੈਲਪ ਇਨ ਫਾਈਂਡਿੰਗ ਲਰਨਿੰਗ ਡਿਫਿਕਲਟੀਜ਼, ਤਾਂ ਕਿ ਜੋ ਬੱਚਿਆਂ ਵਿੱਚ ਲਰਨਿੰਗ ਡਿਫਿਕਲਟੀਜ਼ ਹੈ ਉਹਨਾਂ ਨੂੰ ਈਜ਼ੀਲੀ ਆਪਾਂ ਕੀ ਕਰ ਸਕੀਏ? फाइंड कर सके। नोट करो जी। हाँ जी डन। देखो नेक्स्ट थर्ड आ गया जी अपने को रिवॉर्ड स्कीम। सो रिवॉर्ड स्कीम की कहती है आपां सैट स्पैसिफिक क्लीयर टारगेट। जेडे थोड़े टारगेट है ना वो की रखो, एक तो क्लीयर रखो, एक स्पैसिफिक रखो। यानी कि अगर कोई स्पैसिफिक लिमिटेशन ही कढ़नी है बच्चे विच तो सिर्फ उते ही ध्यान दो एक बार। ऐदा नहीं कि आप एक बार च हर एक लिमिटेशन ते ध्यान दे लांगे,
है ना। अगर बच्चे विच 4-5 लिमिटेशंस है पढ़न दियां, मतलब आप 4-5 सुधार करने हैं, तो आप 4-5 सुधार इकट्ठे नहीं कर सकते, आपको स्पेसिफिक ते ही ध्यान देना पड़ेगा, और जो टारगेट अपना की होएगा, टीचा अपना की होएगा, क्लियर होएगा। देन अचीवेबल टारगेट फिक्स, जो अचीवेबल टारगेट और फिक्स होएगा करना चाहिए है ताकि बच्चे की मदद की जा सके, बच्चे ਨੂੰ ਕੀ ਹੋ ਜਾਏ, ਇੱਕ ਹੈਲਪ ਹੋ ਜਾਏ ਉਸ ਦੀਆਂ ਲਰਨਿੰਗ ਡਿਸੇਬਿਲਟੀਜ਼ ਨੂੰ ਦੂਰ ਕਰਨ ਵਿੱਚ। ਬਿਲਕੁਲ, ਯਾਨੀ ਕਿ ਜਦੋਂ ਆਪਾਂ ਬੱਚੇ ਦੀਆਂ ਲਰਨਿੰਗ ਡਿਫਿਕਲਟੀਜ਼ ਨੂੰ ਦੂਰ ਕਰਨਾ ਤਾਂ ਆਪਾਂ ਕੀ ਕਰਾਂਗੇ, ਆਪਾਂ ਜੋ ਆਪਣੇ ਟਾਰਗੇਟਸ ਉਹਨੂੰ ਕੀ ਰੱਖਾਂਗੇ, ਫਿਕਸ ਕਰਾਂਗੇ, ਹੈ ਨਾ। ਫॉर एग्जांपल अगर बच्चे अंदर ਅਸੀਂ ਰੀਡਿੰਗ ਨੂੰ ਇਨਹਾਂਸ ਕਰਵਾਉਣਾ है ना, अगर बच्चे अंदर असी रीडिंग नू इनहांस करवाना है तो ऑब्वियसली साडा जेड़ा टारगेट है वो रीडिंग ते ही होएगा, असी राइटिंग एंड स्पीकिंग ते टारगेट नहीं रखांगे अपना, है ना, एक बार आप स्पेसिफिक ही रखांगे। सो दैट्स वाई दे सेड कि बच्चे दी मदद की जा सके उस दी लर्निंग डिसेबिलिटीज नू दूर करन विच, ठीक है। मापिया नू भी बुलाया जाए, बिल्कुल, जो पीटीएम हुंदी है जी, ਜਦੋਂ ਪੀਟੀਐਮ ਹੁੰਦੀ ਹੈ ਤਾਂ ਟੀਚਰਸ ਪੇਰੈਂਟਸ ਨੂੰ ਕੀ ਕਹਿੰਦੇ ਆ, ਜੋ ਵੀ ਬੱਚੇ ਦੀ ਕਮੀਆਂ ਹੁੰਦੀਆਂ ਨੇ ਟੀਚਰਸ ਪੇਰੈਂਟਸ ਨੂੰ ਦੱਸਦੇ ਆ, ਜੋ ਵੀ ਪੜ੍ਹਾਈ ਰਿਲੇਟਡ ਕਮੀਆਂ ਹੁੰਦੀਆਂ ਨੇ, ਹੈ ਨਾ, ਐਜੂਕੇਸ਼ਨ ਰਿਲੇਟਡ ਲਰਨਿੰਗ ਡਿਫਿਕਲਟੀਜ਼ ਲਰਨਿੰਗ ਲਿਮਿਟੇਸ਼ਨਸ ਹੁੰਦੀਆਂ ਨੇ, ਤਾਂ ਟੀਚਰ ਕੀ ਦੱਸੇਗਾ, ਪੇਰੈਂਟਸ ਨੂੰ ਦੱਸੇਗਾ ਵੀ ਐਦਾਂ ਐਦਾਂ ਕਰਕੇ ਐਦਾਂ ਦਿੱਕਤ ਹੈ ਨਾ। ਹੁਣ ਜਦੋਂ ਪੀਟੀਐਮ ਹੋਏਗੀ ਤਾਂ ਜਦੋਂ ਪੇਰੈਂਟਸ ਨੂੰ ਪਤਾ ਲੱਗਾ ਤਾਂ ਪੇਰੈਂਟਸ ਵੀ ਜੋ ਘਰ ਦਾ এনवायरमेंट ਹੈ ਉਸ ਅਕੋਰਡਿੰਗ ਬਣਾਉਣਗੇ ਤਾਂ ਕਿ ਬੱਚੇ ਨੂੰ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਾ ਆਵੇ ਲਰਨਿੰਗ ਵਿੱਚ, ਤਾਂ ਉਹ ਵੀ ਧਿਆਨ ਦੇਣਗੇ। ਸੋ ਦੈਟਸ ਵਾਈ ਦੇ ਸੇ ਦੈਟ ਮਾਪਿਆਂ ਨੂੰ ਵੀ ਕੀ ਕਰਨਾ ਚਾਹੀਦਾ, ਆਪਾਂ ਨੂੰ ਬੁਲਾਉਣਾ ਚਾਹੀਦਾ, ਬਿਕਾਜ਼ ਪੇਰੈਂਟਸ ਆਲਸੋ ਪਲੇ ਅ ਮੇਜਰ ਰੋਲ ਇਨ ਰੈਮੀਡੀਅਲ ਟੀਚਿੰਗ। ਕਲੀਅਰ ਹੈ ਜੀ, ਨੋਟ ਕਰੋ ਇਹਨੂੰ। हाँ जी, डन। देखो जी नेक्स्ट, हाँ जी लास्ट स्ट्रैटेजी देखो अपनी की कह रहे हो, हैंडलिंग पीपल्स बिहेवियरिस्टिक प्रॉब्लम्स आएगा। ਬੱਚਿਆਂ ਦੀਆਂ ਜਿਹੜੀਆਂ ਬਿਹੇਵੀਅਰਿਸਟਿਕ ਪ੍ਰੋਬਲਮਸ ਨੇ, ਜਿਹੜੇ ਵਿਵਹਾਰ ਨੂੰ ਲੈ ਕੇ ਪ੍ਰੋਬਲਮਸ ਨੇ, ਟੀਚਰ ਉਹਨਾਂ ਨੂੰ ਕੀ ਕਰੇਗਾ, ਹੈਂਡਲ ਕਰੇਗਾ, ਅੱਛੇ ਤਰੀਕੇ ਨਾਲ ਕਿੱਦਾਂ ਕਰੇਗਾ। ਅਬਜ਼ਰਵ ਦ ਪਰਫਾਰਮੈਂਸ ਆਫ ਸਟੂਡੈਂਟਸ, ਬਿਲਕੁਲ ਜਿਹੜੀ ਵੀ ਬੱਚੇ ਦੀ ਪਰਫਾਰਮੈਂਸ ਹੋਏਗੀ ਕਲਾਸ ਵਿੱਚ ਉਹਨਾਂ ਨੂੰ ਕੀ ਕਰੇਗਾ, ਐਬਜ਼ੌਰਬ ਕਰੇਗਾ, ਉਹਨਾਂ ਦਾ ਨਿਰੀਖਣ ਕਰਨ ਦੀ ਕੋਸ਼ਿਸ਼ ਕਰੇਗਾ, ਹੈ ਨਾ। ਅਗਰ ਕਲਾਸ ਆਪਾਂ ਕਈ ਵਾਰ ਪੀਟੀਐਮ ਦੇ, ਹੈ ਨਾ, ਟੀਚਰਸ ਕੰਪਲੇਨ ਕਰ ਦਿੰਦੇ ਕਿ ਬੱਚਾ ਇਦਾਂ ਨਹੀਂ ਕਰਦਾ, ਹੈ ਨਾ, ਪੇਰੈਂਟਸ ਨੂੰ ਬੱਚਾ ਕਲਾਸ 'ਚ ਸਹੀ ਨਹੀਂ ਬੈਠਦਾ, ਉਹ ਕਿਉਂ ਕਰਦੇ ਹੈ, ਕਿਉਂਕਿ ਜਦੋਂ ਕਲਾਸ ਵਿੱਚ ਬੱਚਾ ਹੁੰਦਾ ਤਾਂ ਟੀਚਰ ਕੀ ਕਰਦਾ, ਟੀਚਰ ਬੱਚੇ ਦੀ ਆਬਜ਼ਰਵੇਸ਼ਨ ਕਰਦਾ, ਨਿਰੀਖਣ ਕਰਦਾ ਤੇ ਉਹਦੇ ਵਿੱਚੋਂ ਕਮੀਆਂ ਫਾਈਂਡ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹ ਕਮੀਆਂ ਆਪਾਂ ਬੱਚੇ ਅੰਦਰ ਸੁਧਾਰ ਸਕੇ, ਇੰਪਰੂਵ ਕਰ ਸਕੇ, है ना। तो टीचर एक तरीके की कर है, एक तरीके की टीचर स्ट्रैटेजी अपना रहा है जिहदे राही जिहड़े बच्चे दी कमियां ने, लर्निंग डिफिकल्टीज ने, डिसेबिलिटीज ने, असीं उहनूं की कर सकीए, असीं उहनूं दूर कर सकीए। सो दैट इज ये चीज़ की हुंदी है, ऑब्जर्व द परफॉर्मेंस ऑफ स्टूडेंट, यानी कि जो बच्चे की बरीकी है वो आप बिहेवियर राही नोट कर लें। फॉर एग्जाम्पल आप कह नहीं देंगे जो बच्चा फॉर एग्जाम्पल कोई नोटबुक नहीं लैके आए, कोई कॉपी नहीं लैके, टीचर कह देंगे भी हाँ जी मैंने पता है तू क्यों नहीं लैके, टीचर को पता लग जाता है, आपको लगता है भी टीचर को किद्दां पता लग गया। सो टीचर को इस तरीके पता लग जाता है क्योंकि टीचर थोड़ा जो बिहेवियर है नोट करता है ताकि जी थोड़ी परफॉर्मेंस की हो जाए, इनहांस हो सके, वधिया हो सके। सो इस्टैबलिश क्लोज रिलेशनशिप विद स्टूडेंट्स, बच्चों नाल जो रिलेशनशिप है क्लोज वधिया बना के रखना है, या ताकि जो अगर बच्चे को कोई दिक्कत भी आ जाए तो जो बच्चा है वो टीचर को दिक्कत दसन लगे बिल्कुल भी ना घबराए, है ना। अगर आप कह सकते हैं जो चाइल्ड स्कूल विच आंदा आ तो जो टीचर्स होंगे की होंगे उनके वास्ते वो पेरेंट्स होंगे, है ना। तो उस दौरान अगर बच्चे को कोई भी दिक्कत आए तो टीचर ही दसेगा ना। सो कदों दसेगा जो उन्होंने एक रिलेशनशिप क्लोज हो, हेल्दी रिलेशनशिप इस्टैबलिश हो कि वो घबराए ना बिल्कुल दसन लगे, है ना। डेवलप म्यूचुअल एक ट्रस्ट हो, कीप इन क्लोज कंटैक्ट विद पेरेंट्स, पेरेंट्स नाल टीचर की करता रहे, फीडबैक है ना दिंदा रहे पेरेंट्स नूं, दैन पेरेंट्स भी फीडबैक लैंदे रहन।
ਹੈਲਪ ਪੀਪਲਸ ਟੂ ਬਿਲਡ ਅਪ ਸੈਲਫ ਕੌਨਫੀਡੈਂਸ, ਉਹਨਾਂ ਵਿੱਚ ਵਾਧਾ ਰਹੇ, ਐਂਡ ਗਿਵ ਪੋਜ਼ਿਟਿਵ ਰਿਨਫੋਰਸਮੈਂਟ ਦਾ ਮਤਲਬ ਹੁੰਦਾ ਹੈ ਜੀ ਰਿਵਾਰਡ ਦੇਣਾ। ਫॉर एग्जांपल ਪੁਨਰਬਲ ਦੇਣਾ, ਕੋਈ ਵਧੀਆ ਕਰ ਰਿਹਾ ਆਲਰੇਡੀ ਅਸੀਂ ਇਹਨੂੰ ਪੁਨਰਬਲ ਦੇ ਦਿੰਦੇ ਵੀ ਹਾਂਜੀ ਤੁਸੀਂ ਹੋਰ ਵਧੀਆ ਕਰ ਸਕਦੇ ਹੋ। ਟੂ ਪੀਪਲਸ ਗੁੱਡ ਬਿਹੇਵ, ਬਿਲਕੁਲ ਅਗਰ ਬੱਚਾ ਬਿਹੇਵੀਅਰ ਅੱਛਾ ਕਰ ਰਿਹਾ ਹੈ ਤਾਂ ਜੇਕਰ ਅਸੀਂ ਬੱਚੇ ਨੂੰ ਰਿਵਾਰਡ ਦੇ ਦਾਂਗੇ, ਪੁਨਰਬਲ ਦੇ ਦਾਂਗੇ ਤਾਂ ਓਬਵੀਅਸਲੀ ਬੱਚਾ ਅੱਗੇ ਵਾਸਤੇ ਵੀ ਵਧੀਆ ਕਰੂਗਾ। ਉਹਨੂੰ ਇੱਦਾਂ ਲੱਗੂਗਾ ਵੀ ਮੇਰੇ ਟੀਚਰਸ ਨੇ, ਮੇਰੇ ਪੈਰੈਂਟਸ ਨੇ ਮੈਨੂੰ ਪ੍ਰੇਜ਼ ਕੀਤਾ। ਅਗਰ ਕੋਈ ਬੱਚਾ ਬਿਹੇਵੀਅਰ ਅੱਛਾ ਨਹੀਂ ਕਰ ਰਿਹਾ ਤਾਂ ਆਪਾਂ ਉੱਥੇ ਬੱਚੇ ਨੂੰ ਪਨਿਸ਼ਮੈਂਟ ਦੇਵਾਂਗੇ ਤਾਂ ਕਿ ਬੱਚੇ ਦਾ ਜਿਹੜਾ ਬਿਹੇਵੀਅਰ ਉੱਥੇ ਰੁਕ ਜਾਏ, ਅੱਗੇ ਉਹ ਕੰਟੀਨਿਊ ਨਾ ਕਰੇ। ਕਲੀਅਰ ਹੈ ਜੀ, ਨੋਟ ਕਰੋ ਇਹਨੂੰ। ਹਾਂਜੀ ਡਨ। ਹਾਂਜੀ ਸਟੂडेंट्स, ਅੱਜ ਵਾਸਤੇ ਆਪਾਂ ਇੰਨਾ ਹੀ ਟੌਪਿਕ ਕਰਾਂਗੇ ਇਸ ਲੈਕਚਰ ਵਿੱਚ। ਨੈਕਸਟ ਟੌਪਿਕ ਆਪਾਂ ਨੈਕਸਟ ਲੈਕਚਰ ਵਿੱਚ ਕੰਟੀਨਿਊ ਕਰਾਂਗੇ। ਟਿਲ ਦੈਨ ਪੀਐਸ ਟੈਟ ਦੇ ਬੈਚਸ ਸਟਾਰਟ ਹੋ ਚੁੱਕੇ ਹਨ ਨੈਸ਼ਨਲ ਕੋਚਿੰਗ ਸੈਂਟਰ ਮਾਨਸਾ ਤੇ। ਤੁਸੀਂ ਆਓ ਇਹਨਾਂ ਬੈਚਸ ਵਿੱਚ ਐਨਰੋਲ ਕਰੋ ਤੇ ਪੀਐਸ ਟੈਟ ਦੀ ਤਿਆਰੀ ਸ਼ੁਰੂ ਕਰੋ। ਥੈਂਕ ਯੂ।